ਸਤਿ ਸ਼੍ਰੀ ਅਕਾਲ ਦੋਸਤੋ, ਕਲਿੱਕ ਸਟੱਡੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਡਿਸਕਸ ਕਰ ਰਹੇ ਸੀ ਪੰਜਾਬ ਦੀ ਜੀਓਗ੍ਰਾਫੀ ਬਾਰੇ, ਪੰਜਾਬ ਦੇ ਭੂਗੋਲ ਬਾਰੇ। ਤਾਂ ਇਸ ਲੈਕਚਰ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬ ਦੀਆਂ ਰਿਵਰਸ ਅਤੇ ਉਹਨਾਂ ਉੱਤੇ ਇੰਪੋਰਟੈਂਟ ਡੈਮਸ ਬਾਰੇ। ਤਾਂ ਇਹ ਆਪਣਾ ਪੰਜਾਬ ਜੀਕੇ ਸੀਰੀਜ਼ ਦਾ 16ਵਾਂ ਲੈਕਚਰ ਹੈ। ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਹੈ ਤਾਂ ਸਾਡੇ ਟੈਲੀਗ੍ਰਾਮ ਚੈਨਲ 'ਤੇ ਜਾ ਸਕਦੇ ਹੋ, ਅਤੇ ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਪੰਜਾਬ ਦੀਆਂ ਨਦੀਆਂ ਤੋਂ। ਤਾਂ ਇੱਕ ਵਰਡ ਆਪਾਂ ਪੜ੍ਹਿਆ ਸੀ ਪਹਿਲਾਂ ਦੇ ਲੈਕਚਰਸ ਦੇ ਵਿੱਚ ਵੀ ਕਿ 5 ਨਦ ਰਿਵਰਸ ਸੀ ਪੰਜਾਬ ਦੇ ਵਿੱਚ, ਕਿ ਪੰਜਾਬ ਦੇ ਵਿੱਚ 5 ਨਦੀਆਂ ਸੀ ਜਿਹੜੀਆਂ ਇੰਪੋਰਟੈਂਟ ਸੀ: ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਅਤੇ ਇਹਨਾਂ ਜਿਹੜਾ 5 ਨਦੀਆਂ ਦਾ ਮਰਜਰ ਹੈ ਉਹਨੂੰ 5 ਨਦ ਰਿਵਰ ਕਹੀ ਜਾਂਦੀ ਹੈ। ਅਤੇ ਜਦੋਂ ਇਹ ਸਾਰੀਆਂ 5 ਨਦੀਆਂ ਮਰਜ ਹੋ ਜਾਂਦੀਆਂ ਤਾਂ ਉੱਥੋਂ 5 ਨਦ ਰਿਵਰ ਸਟਾਰਟ ਹੋ ਜਾਂਦੀ ਹੈ ਇਹ, ਅਤੇ ਫਾਈਨਲੀ ਜਾ ਕੇ ਇਹ ਸਿੰਧੂ ਨਦੀ ਦੇ ਵਿੱਚ ਮਿਲ ਜਾਂਦੀ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇੰਦਸ ਨਦੀ ਦੇ ਵਿੱਚ ਮਿਲ ਜਾਂਦੀ ਹੈ। ਤਾਂ ਇਹਨਾਂ 5 ਨਦੀਆਂ ਦੇ ਵਿੱਚੋਂ ਅੱਜ ਦੇ ਟਾਈਮ ਦੇ ਪੰਜਾਬ ਦੇ ਵਿੱਚ ਸਿਰਫ ਰਾਵੀ, ਬਿਆਸ ਅਤੇ ਸਤਲੁਜ ਹੈ। ਤਾਂ ਆਪਾਂ ਇਹਨਾਂ ਤਿੰਨਾਂ ਬਾਰੇ ਹੀ ਡਿਸਕਸ ਕਰਾਂਗੇ ਜਿਹੜਾ ਮੌਜੂਦਾ ਪੰਜਾਬ ਦੇ ਵਿੱਚ ਨਦੀਆਂ ਨੇ। ਤਾਂ ਆਪਾਂ ਗੱਲ ਕਰੀਏ ਤਿੰਨੋਂ ਨਦੀਆਂ ਜਿਹੜੀਆਂ ਪੰਜਾਬ ਦੀਆਂ ਇੰਪੋਰਟੈਂਟ ਨੇ, ਇੱਕ ਤਾਂ ਰਾਵੀ ਹੈ, ਦੈਨ ਬਿਆਸ ਅਤੇ ਤੀਜੀ ਹੈ ਸਤਲੁਜ। ਜੇ ਰਾਵੀ ਦੀ ਗੱਲ ਕਰੀਏ, ਇਹ ਬਿਲਕੁਲ ਪੰਜਾਬ ਦੇ ਨੌਰਥ ਜੋ ਆਉਂਦੀ ਹੈ, ਪਠਾਨਕੋਟ ਤੋਂ ਐਂਟਰ ਕਰਦੀ ਹੈ, ਦੈਨ ਗੁਰਦਾਸਪੁਰ ਦੇ ਵਿੱਚ ਦੀ ਹੁੰਦੀ ਹੋਈ ਅੰਮ੍ਰਿਤਸਰ ਵਿੱਚੋਂ ਬਾਹਰ ਚਲੀ ਜਾਂਦੀ ਹੈ, ਪਾਕਿਸਤਾਨ ਦੇ ਵਿੱਚ ਚਲੀ ਜਾਂਦੀ ਹੈ। ਤਾਂ ਜਿਹੜੀ ਰਾਵੀ ਰਿਵਰ ਹੈ ਇਹ ਪੰਜਾਬ ਦਾ ਪਾਕਿਸਤਾਨ ਨਾਲ ਬਾਰਡਰ ਨੂੰ ਵੀ ਡਿਫਾਈਨ ਕਰਦੀ ਹੈ ਇਹ ਕਾਫੀ ਜਗ੍ਹਾ ਦੇ ਉੱਤੇ। ਦੈਨ ਜੇ ਆਪਾਂ ਬਿਆਸ ਨਦੀ ਦੀ ਗੱਲ ਕਰੀ ਜਾਵੇ ਤਾਂ ਬਿਆਸ ਨਦੀ ਫਾਈਨਲੀ ਜਾ ਕੇ ਹਰੀਕੇ ਦੇ ਵਿੱਚ ਸਤਲੁਜ ਨਦੀ ਨਾਲ ਮਿਲ ਜਾਂਦੀ ਹੈ, ਅਤੇ ਇੱਥੇ ਆ ਕੇ ਬਿਆਸ ਨਦੀ ਖਤਮ ਹੋ ਜਾਂਦੀ ਹੈ। ਅਤੇ ਜੇ ਸਤਲੁਜ ਦੀ ਗੱਲ ਕਰੀ ਜਾਵੇ ਤਾਂ ਸਤਲੁਜ ਨਦੀ ਬਹੁਤ ਪਿੱਛੋਂ ਦੀ ਆਉਂਦੀ ਹੈ ਅਤੇ ਕਾਫੀ ਸਾਰੇ ਪੰਜਾਬ ਦੇ ਹਿੱਸੇ ਵਿੱਚੋਂ ਹੋ ਕੇ ਨਿਕਲਦੀ ਹੈ, ਸਟਾਰਟਿੰਗ ਫਰੋਮ ਦੀ ਰੋਪੜ ਜਾਂ ਫਿਰ ਕਹਿ ਸਕਦੇ ਹਾਂ ਰੂਪਨਗਰ ਤੋਂ। ਅਤੇ ਕਾਫੀ ਸਾਰੇ ਡੈਮਸ ਬਣੇ ਹੋਏ ਨੇ ਸਤਲੁਜ ਨਦੀ ਦੇ ਉੱਤੇ, ਅਤੇ ਫਾਈਨਲੀ ਇਹ ਵੀ ਜਾ ਕੇ ਪਾਕਿਸਤਾਨ ਦੇ ਵਿੱਚ ਚਲੀ ਜਾਂਦੀ ਹੈ। ਹਰੀਕੇ ਦੇ ਵਿੱਚ ਬਿਆਸ ਇਹਦੇ ਵਿੱਚ ਮਿਲ ਜਾਂਦੀ ਹੈ, ਅਤੇ ਫਿਰ ਇਹਨੂੰ ਇਕੱਲੀ ਸਤਲੁਜ ਹੀ ਕਿਹਾ ਜਾਂਦਾ ਹੈ। ਤਾਂ ਸਟਾਰਟ ਕਰਦੇ ਹਾਂ ਰਿਵਰਸ ਤੋਂ। ਤਾਂ ਸਭ ਤੋਂ ਇੰਪੋਰਟੈਂਟ ਰਿਵਰ ਹੈ ਸਤਲੁਜ ਰਿਵਰ, ਸਭ ਤੋਂ ਵੱਡੀ ਨਦੀ ਹੈ ਇਹ ਪੰਜਾਬ ਦੀ। ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋਰਸ ਦੀ, ਕਿ ਇਸ ਨਦੀ ਦਾ ਸੋਰਸ ਕੀ ਹੈ। ਤਾਂ ਇਹ ਨਦੀ ਨਿਕਲਦੀ ਹੈ ਰਕਾਸ਼ ਲੇਕ ਤੋਂ। ਇਹ ਰਕਾਸ਼ ਲੇਕ ਹੈਗੀ ਆ ਮਾਨਸਰੋਵਰ ਦੇ ਵਿੱਚ, ਜਿਹੜਾ ਤਿੱਬਤ ਦੇ ਵਿੱਚ ਹੈ, ਚਾਈਨਾ ਦੇ ਵਿੱਚ ਹੈ ਤਿੱਬਤ। ਉੱਥੇ ਮਾਨਸਰੋਵਰ ਹੈ ਅਤੇ ਉੱਥੇ ਇੱਕ ਲੇਕ ਹੈ ਰਕਾਸ਼ ਲੇਕ, ਉੱਥੋਂ ਦੀ ਸਤਲੁਜ ਨਿਕਲਦੀ ਹੈ। ਅਤੇ ਇਹਦਾ ਤਿੱਬਤ ਦੇ ਵਿੱਚ ਨਾਮ ਹੈ ਲੰਗਚੇਨ ਖੰਭਵ। ਤਾਂ ਤਿੱਬਤ ਦੇ ਵਿੱਚ ਨਿਕਲਦੀ ਤਾਂ ਉੱਥੋਂ ਦਾ ਨਾਮ ਵੀ ਇੰਪੋਰਟੈਂਟ ਹੋ ਜਾਂਦਾ ਇਹਦੇ ਨਾਲ। ਉਸ ਤੋਂ ਇਲਾਵਾ ਇਹਦੇ ਹੋਰ ਕੀ ਨਾਮ ਨੇ, ਕਿਹੜੇ ਨਾਮਾਂ ਨਾਲ ਨਦੀ ਨੂੰ ਜਾਣਿਆ ਜਾਂਦਾ ਹੈ। ਤਾਂ ਇੰਪੋਰਟੈਂਟ ਨਾਮ ਨੇ, ਇੱਕ ਤਾਂ ਲਾਂਗਚੇਨ, ਤਸਾਂਗਪੋ। ਤਸਾਂਗਪੋ ਤਿੱਬਤਨ ਵਰਡ ਹੈ ਨਦੀਆਂ ਵਾਸਤੇ, ਜਿਵੇਂ ਆਪਾਂ ਇੱਧਰ ਨਦੀ ਕਹਿੰਦੇ ਹਾਂ ਜਾਂ ਦਰਿਆ ਕਹਿੰਦੇ ਹਾਂ, ਉਵੇਂ ਉੱਧਰ ਕਹਿੰਦੇ ਹਾਂ ਤਸਾਂਗਪੋ। ਤਾਂ ਲਾਂਗਚੇਨ ਤਸਾਂਗਪੋ, ਜਾਂ ਫਿਰ ਇਹਨੂੰ ਰੈੱਡ ਰਿਵਰ ਵੀ ਕਿਹਾ ਜਾਂਦਾ ਹੈ, ਜਾਂ ਫਿਰ ਇਹਨੂੰ ਸਤਲੂਤਰੀ ਵੀ ਕਿਹਾ ਜਾਂਦਾ ਹੈ। ਤਾਂ ਇੰਪੋਰਟੈਂਟ ਨੇ 3 ਨਾਮ ਸਤਲੁਜ ਰਿਵਰ ਦੇ। ਦੈਨ ਇੰਪੋਰਟੈਂਟ ਇਨਫੋਰਮੇਸ਼ਨ ਕਿ ਇਹਦੇ ਬਾਰੇ ਹੋਰ ਕੀ ਇੰਪੋਰਟੈਂਟ ਹੈ। ਤਾਂ ਸਤਲੁਜ ਕਾਫੀ ਲੰਬੀ ਨਦੀ ਹੈ, 1450 ਕਿਲੋਮੀਟਰ ਲੰਬੀ ਹੈ। ਅਤੇ ਜਦੋਂ ਇਹ ਇੰਡੀਆ ਦੇ ਵਿੱਚ ਐਂਟਰ ਕਰਦੀ ਹੈ ਤਾਂ ਇਹ ਕਰਦੀ ਹੈ ਸ਼ਿਪਕੀਲਾ ਪਾਸ ਦੇ ਥਰੂ। ਅਤੇ ਇਹ ਪਾਸ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਤਾਂ ਉਸ ਪਾਸ ਦੇ ਥਰੂ ਇਹ ਨਦੀ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ, ਭਾਰਤ ਦੇ ਵਿੱਚ ਐਂਟਰ ਕਰਦੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ, ਅਤੇ ਫਿਰ ਫਾਈਨਲੀ ਪੰਜਾਬ ਦੇ ਵਿੱਚ ਆ ਜਾਂਦੀ ਹੈ ਰੋਪੜ ਦੇ ਥਰੂ। ਅਤੇ ਗੱਲ ਕਰੀਏ ਇਹਦੇ ਉੱਤੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਦੀ, ਕਿ ਕਿਹੜੇ ਇਹਦੇ ਉੱਤੇ ਡੈਮ ਬਣੇ ਹੋਏ ਨੇ ਜਾਂ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਬਣੇ ਹੋਏ ਨੇ। ਤਾਂ 4 ਡੈਮਸ ਬਣੇ ਹੋਏ ਨੇ ਇੰਡੀਆ ਦੇ ਵਿੱਚ ਸਤਲੁਜ ਰਿਵਰ ਦੇ ਉੱਤੇ। ਇੱਕ ਤਾਂ ਭਾਖੜਾ ਡੈਮ, ਦੈਨ ਕਰਚਮ ਵਾਂਗਟੂ ਹਾਈਡਰੋ ਇਲੈਕਟ੍ਰਿਕ ਪਲਾਂਟ। ਕਰਚਮ ਵਾਂਗਟੂ ਹਾਈਡਰੋ ਇਲੈਕਟ੍ਰਿਕ ਪਲਾਂਟ। ਭਾਖੜਾ ਨੂੰ ਭਾਖੜਾ ਨੰਗਲ ਡੈਮ ਵੀ ਕਿਹਾ ਜਾਂਦਾ। ਦੈਨ ਨਾਥਪਾ ਜਾਖਰੀ ਡੈਮ, ਅਤੇ ਇੱਕ ਹੋਰ ਹੈ ਕੋਲਦਮ ਡੈਮ। ਅਤੇ 4 ਡੈਮਸ ਇੰਪੋਰਟੈਂਟ ਨੇ। ਇਹਦੇ 'ਤੇ ਹੋਰ ਵੀ ਬਣੇ ਹੋਏ ਨੇ, ਪਰ ਉਹ ਪਾਕਿਸਤਾਨ ਦੇ ਵਿੱਚ ਨੇ। ਭਾਰਤ ਦੇ ਵਿੱਚ ਇਹੀ 4 ਨੇ: ਭਾਖੜਾ ਨੰਗਲ ਡੈਮ, ਕਰਚਮ ਵਾਂਗਟੂ ਡੈਮ, ਨਾਥਪਾ ਝਾਕਰੀ ਡੈਮ ਅਤੇ ਕੋਲਦਮ ਡੈਮ। ਅਤੇ ਜੇ ਆਪਾਂ ਰਿਵਰ ਬੇਸਿਨ ਏਰੀਆ ਦੀ ਗੱਲ ਕਰੀਏ ਕਿ ਕਿੱਥੋਂ ਦੀ ਪਾਣੀ ਸਤਲੁਜ ਨਦੀ ਦੇ ਵਿੱਚ ਐਡ ਹੁੰਦਾ, ਤਾਂ ਉਹ 4 ਸਟੇਟਾਂ ਦਾ ਭਾਰਤ ਦੀਆਂ ਦਾ ਐਡ ਹੁੰਦਾ: ਹਿਮਾਚਲ ਪ੍ਰਦੇਸ਼, ਪੰਜਾਬ, JNK ਅਤੇ ਹਰਿਆਣਾ। ਅਤੇ 4 ਸਟੇਟਸ ਦਾ ਪਾਣੀ, ਛੋਟੀਆਂ ਟ੍ਰਿਬਿਊਟਰੀਜ਼ ਨੇ ਜਿਹੜੀਆਂ ਆ ਕੇ ਸਤਲੁਜ ਦੇ ਵਿੱਚ ਮਿਲਦੀਆਂ ਨੇ ਇਹਨਾਂ 4 ਸਟੇਟਸ ਦੇ ਵਿੱਚੋਂ। ਦੈਨ ਇੰਪੋਰਟੈਂਟ ਟਾਊਨਸ ਦੀ ਗੱਲ ਕਰੀਏ, ਇਹ ਵੀ ਪੇਪਰਾਂ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਕਿਹੜੇ ਟਾਊਨ ਲੱਗਦੇ ਨੇ ਸਤਲੁਜ ਦਰਿਆ ਦੇ ਉੱਤੇ। ਤਾਂ 4 ਟਾਊਨ ਇੰਪੋਰਟੈਂਟ ਨੇ ਭਾਰਤ ਦੇ: ਰੂਪਨਗਰ, ਰੋਪੜ, ਫਿਲੌਰ, ਹਰੀਕੇ
ਤੇ ਫਿਰੋਜ਼ਪੁਰ, ਇਹ 4 ਇੰਪੋਰਟੈਂਟ ਟਾਊਨ ਨੇ ਇੰਡੀਆ ਦੇ। ਉਸ ਤੋਂ ਇਲਾਵਾ ਹਿਮਾਚਲ ਦੇ ਵਿੱਚੋਂ ਦੀ ਜਦੋਂ ਨਿਕਲਦੇ ਉੱਥੋਂ ਦੀ 2 ਇੰਪੋਰਟੈਂਟ ਟਾਊਨ ਨੇ, ਇੱਕ ਹੈ ਬਿਲਾਸਪੁਰ ਅਤੇ ਦੂਜਾ ਹੈ ਰਾਮਪੁਰ। ਹੋਰ ਵੀ ਬਹੁਤ ਸਾਰੇ ਛੋਟੇ ਛੋਟੇ ਟਾਊਨਸ ਨੇ, ਬਟ ਇੰਪੋਰਟੈਂਟ ਟਾਊਨਸ ਇਹੀ 6 ਤੁਸੀਂ ਯਾਦ ਰੱਖਣੇ ਨੇ। ਦੈਨ ਕਿਹੜੇ ਡਿਸਟ੍ਰਿਕਟ ਦੇ ਵਿੱਚੋਂ ਨਿਕਲਦੀ ਹੈ ਸਤਲੁਜ ਰਿਵਰ? ਤਾਂ ਸਤਲੁਜ ਰਿਵਰ ਨਿਕਲਦੀ ਹੈ ਰੋਪੜ ਦੇ ਵਿੱਚੋਂ, ਰੂਪਨਗਰ। ਦੈਨ ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ। ਪੰਜਾਬ ਦਾ ਮੈਪ ਬਣਾ ਕੇ ਉਹਦੇ 'ਚ ਸਤਲੁਜ ਨਦੀ ਨੂੰ ਬਣਾ ਲਿਓ ਤਾਂ ਤੁਹਾਨੂੰ ਈਜ਼ੀਲੀ ਯਾਦ ਹੋ ਜਾਏਗਾ ਕਿ ਕਿਹੜੇ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚੋਂ ਸਤਲੁਜ ਦਰਿਆ ਵਹਿੰਦਾ ਹੈ। ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ। ਤਾਂ ਇਹ ਇੰਪੋਰਟੈਂਟ ਡਿਸਟ੍ਰਿਕਟ ਨੇ ਜਿੱਥੋਂ ਦੀ ਸਤਲੁਜ ਦਰਿਆ ਵਹਿੰਦਾ ਹੈ। ਹੁਣ ਚੱਲਦੇ ਹਾਂ ਆਪਾਂ ਬਿਆਸ ਨਦੀ ਅਤੇ ਬਿਆਸ ਦਰਿਆ 'ਤੇ। ਤਾਂ ਇਹਦਾ ਸੋਰਸ ਹੈ ਬਿਆਸ ਕੁੰਡ। ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਬਿਆਸ ਕੁੰਡ, ਉੱਥੋਂ ਦੀ ਨਿਕਲਦੀ ਹੈ ਨਦੀ। ਸਤਲੁਜ ਤਾਂ ਚਾਈਨਾ ਤੋਂ ਆਉਂਦੀ ਸੀ, ਪਰ ਇਹ ਭਾਰਤ ਦੇ ਵਿੱਚ ਹੀ ਪੈਦਾ ਹੋਈ ਹੈ ਬਿਆਸ ਕੁੰਡ ਦੇ ਵਿੱਚ। ਅਤੇ ਇਹਦਾ ਹੋਰ ਕੀ ਨਾਮ ਹੈ? ਇਹਨੂੰ ਵਿਪਾਸ਼ ਵੀ ਕਿਹਾ ਜਾਂਦਾ ਹੈ। ਇੰਪੋਰਟੈਂਟ ਇਨਫੋਰਮੇਸ਼ਨ ਦੀ ਗੱਲ ਕਰੀਏ ਆਪਾਂ ਤਾਂ ਇਹ ਨਦੀ 470 ਕਿਲੋਮੀਟਰ ਲੰਬੀ ਹੈ ਐਂਡ ਮੀਟ ਸਤਲੁਜ ਰਿਵਰ ਐਟ ਹਰੀਕੇ। ਤਾਂ ਹਰੀਕੇ ਦੇ ਵਿੱਚ ਇਹ ਆ ਕੇ ਫਾਈਨਲੀ ਮਿਲ ਜਾਂਦੀ ਹੈ ਸਤਲੁਜ ਦੇ ਵਿੱਚ। ਇਟ ਇਜ਼ ਹੋਮ ਟੂ ਟਾਈਨੀ ਆਈਸੋਲੇਟਿਡ ਪੋਪੂਲੇਸ਼ਨ ਆਫ ਦੀ ਇੰਦਸ ਡੋਲਫਿਨ। ਤਾਂ ਜਿਹੜੀ ਆਪਾਂ ਇੰਦਸ ਰਿਵਰ ਡੋਲਫਿਨ ਦੀ ਗੱਲ ਕਰੀ ਸੀ ਜਦੋਂ ਆਪਾਂ ਸਟੇਟ ਸਿੰਬਲਸ ਦੇ ਵਿੱਚ ਪੜ੍ਹਿਆ ਸੀ ਕਿ ਪੰਜਾਬ ਦਾ ਐਕੁਐਟਿਕ ਜਿਹੜਾ ਐਨੀਮਲ ਹੈ ਉਹ ਹੈ ਇੰਦਸ ਰਿਵਰ ਡੋਲਫਿਨ, ਤਾਂ ਉਹ ਵੀ ਇਸੇ ਬਿਆਸ ਨਦੀ ਦੇ ਵਿੱਚ ਮਿਲਦੀ ਹੈ। ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਦੀ ਗੱਲ ਕਰੀਏ ਕਿ ਕਿਹੜੇ ਡੈਮ ਨੇ, ਅਤੇ ਇਹਦੇ ਉੱਤੇ 2 ਡੈਮ ਇੰਪੋਰਟੈਂਟ ਨੇ। ਇੱਕ ਤਾਂ ਹੈ ਪੰਦੋਰ ਡੈਮ ਅਤੇ ਦੂਸਰਾ ਹੈ ਪੌਂਗ ਡੈਮ। ਪੌਂਗ ਡੈਮ ਨੂੰ ਬਿਆਸ ਡੈਮ ਵੀ ਕਿਹਾ ਜਾਂਦਾ ਹੈ। ਤਾਂ ਇਹ 2 ਡੈਮਸ ਨੇ, ਪੰਦੋਰ ਡੈਮ ਅਤੇ ਪੌਂਗ ਡੈਮ। ਅਤੇ ਜੇ ਰਿਵਰ ਬੇਸਿਨ ਏਰੀਆ ਦੀ ਗੱਲ ਕਰੀਏ ਤਾਂ ਉਹ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਜੰਮੂ ਐਂਡ ਕਸ਼ਮੀਰ। ਦੈਨ ਡਿਸਟ੍ਰਿਕਟਸ ਕਿਹਨਾਂ ਦੇ ਵਿੱਚੋਂ ਨਿਕਲਦੀ ਹੈ ਇਹ ਨਦੀ? ਤਾਂ 6 ਡਿਸਟ੍ਰਿਕਟ ਨੇ ਪੰਜਾਬ ਦੇ ਜਿੱਥੋਂ ਇਹ ਨਦੀ ਨਿਕਲਦੀ ਹੈ। ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਅਤੇ ਹੁਸ਼ਿਆਰਪੁਰ। ਦੇਖੋ ਇਸ ਤਰੀਕੇ ਨਾਲ ਇਹਨਾਂ ਨੂੰ ਯਾਦ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ ਤੁਹਾਡੇ ਲਈ, ਤਾਂ ਟਰਾਈ ਕਰੋ ਕਿ ਤੁਸੀਂ ਪੰਜਾਬ ਦਾ ਮੈਪ ਬਣਾਉਣਾ ਪ੍ਰੈਕਟਿਸ ਕਰ ਲਓ, ਜਿਵੇਂ ਆਪਾਂ ਸੈਕਿੰਡ ਲੈਕਚਰ ਦੇ ਵਿੱਚ ਡਿਸਕਸ ਕਰਿਆ ਸੀ। ਅਤੇ ਦੈਨ ਨਦੀ ਉਹਦੇ ਉੱਤੇ ਡਰੋ ਕਰਕੇ ਦੇਖ ਲਓ ਤਾਂ ਤੁਹਾਨੂੰ ਈਜ਼ੀਲੀ ਯਾਦ ਹੋ ਜਾਣਗੇ ਕਿ ਕਿਹੜੇ ਡਿਸਟ੍ਰਿਕਟ ਦੇ ਵਿੱਚੋਂ ਬਿਆਸ ਨਦੀ ਨਿਕਲਦੀ ਹੈ। ਦੈਨ ਗੱਲ ਕਰਦੇ ਹਾਂ ਟ੍ਰਿਬਿਊਟਰੀਜ਼ ਦੀ ਕਿ ਕਿਹੜੀਆਂ ਹੋਰ ਟ੍ਰਿਬਿਊਟਰੀਜ਼ ਨੇ ਜਿੱਥੋਂ ਪਾਣੀ ਐਡਅਪ ਹੁੰਦਾ ਹੈ ਬਿਆਸ ਨਦੀ ਦੇ ਵਿੱਚ। ਕਿਹੜੀਆਂ ਹੋਰ ਛੋਟੀਆਂ ਨਦੀਆਂ ਨੇ ਜਿਹੜੀਆਂ ਆ ਕੇ ਬਿਆਸ ਦੇ ਵਿੱਚ ਮਿਲ ਜਾਂਦੀਆਂ ਨੇ? ਤਾਂ ਇੰਪੋਰਟੈਂਟ ਹੈ ਬੇਈਨ ਨਦੀ, ਬਾਣਗੰਗਾ, ਪਾਰਵਤੀ, ਚੱਕੀ, ਲੂਨੀ ਅਤੇ ਊਹਲ। ਬੇਈਨ, ਬਾਣਗੰਗਾ, ਪਾਰਵਤੀ, ਚੱਕੀ, ਲੂਨੀ ਅਤੇ ਊਹਲ। ਇਸ ਤੋਂ ਇਲਾਵਾ ਇੰਪੋਰਟੈਂਟ ਟਾਊਨਸ ਦੀ ਗੱਲ ਕਰੀਏ ਤਾਂ ਹਰੀਕੇਸ ਦੇ ਉੱਤੇ ਹੈ। ਦੈਨ ਮਨਾਲੀ, ਕੁੱਲੂ ਅਤੇ ਮੰਡੀ, ਇਹ ਤਿੰਨੋਂ ਜਿਹੜੇ ਆਪਣੇ ਮੇਨ ਪਰਯਟਕ ਸਥਾਨ ਨੇ ਇੰਡੀਆ ਦੇ, ਇਹ ਤਿੰਨੋਂ ਵੀ ਬਿਆਸ ਦੇ ਉੱਤੇ ਹੀ ਨੇ। ਦੈਨ ਚੈਨਲਸ, ਤਾਂ ਇਸ ਤੋਂ ਕਈ ਚੈਨਲਸ ਜਨਰੇਟ ਕੀਤੇ ਗਏ ਨੇ ਇਰੀਗੇਸ਼ਨ ਵਾਸਤੇ। ਤਾਂ ਇੰਪੋਰਟੈਂਟ ਨੇ ਕੰਡੀ ਕੈਨਾਲ ਅਤੇ ਮੁਕੇਰੀਆਂ ਹਾਈਡਲ ਕੈਨਾਲ। ਤਾਂ ਇਹ 2 ਚੈਨਲਸ ਨੇ ਤਾਂ ਕਿ ਪੰਜਾਬ ਨੂੰ ਇਰੀਗੇਟ ਕੀਤਾ ਜਾ ਸਕੇ। ਇਹ 2 ਮੇਨ ਚੈਨਲਸ ਬਣਾਏ ਹੋਏ ਨੇ ਬਿਆਸ ਤੋਂ। ਦੈਨ ਆਪਾਂ ਚੱਲਦੇ ਹਾਂ ਰਾਵੀ ਨਦੀ 'ਤੇ, ਰਾਵੀ ਦਰਿਆ। ਤਾਂ ਇਸ ਦਰਿਆ ਦਾ ਸੋਰਸ ਹੈ ਕਿੱਥੋਂ ਓਰੀਜੀਨੇਟ ਹੁੰਦੀ ਹੈ, ਇਹ ਹੈਗੀ ਹੈ ਬਾਰਾਂ ਬੰਗਾਲ ਨੀਅਰ ਰੋਹਤਾਂਗ ਹਿਲਸ, ਕੁੱਲੂ ਹਿਲਸ ਦੇ ਕੋਲ ਹੈ ਰੋਹਤਾਂਗ ਹਿਲਸ, ਅਤੇ ਇਹ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਅਤੇ ਇਹਦੇ ਹੋਰ ਕੀ ਨਾਮ ਨੇ ਰਾਵੀ ਦੇ? ਉਹ ਨੇ ਇਰਾਵਤੀ ਅਤੇ ਪਾਰੂਸ਼ਨੀ। ਇਹ 2 ਨਾਮਾਂ ਨਾਲ ਵੀ ਰਾਵੀ ਨਦੀ ਨੂੰ ਜਾਣਿਆ ਜਾਂਦਾ ਹੈ, ਇਰਾਵਤੀ ਅਤੇ ਪਾਰੂਸ਼ਨੀ। ਜੇ ਆਪਾਂ ਇੰਪੋਰਟੈਂਟ ਇਨਫੋਰਮੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਹੀ ਛੋਟੀ ਨਦੀ ਹੈ। ਇਟ ਇਜ਼ ਦੀ ਸਮੋਲੈਸਟ ਆਫ ਦੀ 5 ਪੰਜਾਬ ਰਿਵਰਸ। ਦਾ ਟੋਟਲ ਲੈਂਥ ਆਫ ਦੀ ਰਿਵਰ ਇਜ਼ ਅਬਾਊਟ 725 ਕਿਲੋਮੀਟਰ। ਤਾਂ ਬਹੁਤ ਛੋਟੀ ਨਦੀ ਹੈ, 725 ਕਿਲੋਮੀਟਰ ਹੈ। ਇਟ ਜੁਆਇਨਸ ਚਨਾਬ ਐਟ ਤ੍ਰਿਮਬ ਇਨ ਪਾਕਿਸਤਾਨ। ਤਾਂ ਇਹ ਜਲਦੀ ਪਾਕਿਸਤਾਨ ਦੇ ਵਿੱਚ ਚਲੀ ਜਾਂਦੀ ਹੈ। ਆਪਾਂ ਮੈਪ ਦੇ ਵਿੱਚ ਦੇਖਿਆ ਸੀ ਸਟਾਰਟਿੰਗ ਦੇ ਵਿੱਚ, ਅਤੇ ਫਾਈਨਲੀ ਮਿਲਦੀ ਹੈ ਤ੍ਰਿਮਬ ਦੇ ਵਿੱਚ, ਪਾਕਿਸਤਾਨ ਦੇ ਵਿੱਚ। ਦੈਨ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਦੀ ਗੱਲ ਕਰੀਏ, ਡੈਮਸ ਜਿਨ੍ਹਾਂ ਪਰ ਅਕਸਰ ਕੁਐਸਚਨ ਆਉਂਦਾ ਪੇਪਰ ਦੇ ਵਿੱਚ। ਤਾਂ ਇਹਦੇ ਉੱਤੇ 4 ਮੇਨ ਡੈਮ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਬਾਕੀ ਪਾਕਿਸਤਾਨ ਦੇ ਵਿੱਚ ਕਾਫੀ ਨੇ ਇਸ ਦੇ ਉੱਤੇ। ਤਾਂ ਭਾਰਤ ਦੇ ਵਿੱਚ ਜਿਹੜੇ ਡੈਮਸ ਨੇ ਉਹਨੇ ਚਮੇਰਾ ਡੈਮ, ਚਮੇਰਾ ਦਾ ਸੈਕਿੰਡ ਵੀ ਇਸ ਦੇ ਉੱਤੇ ਬਣਾਇਆ ਗਿਆ ਬਾਅਦ ਚੋਂ, ਚਮੇਰਾ 2 ਹਾਈਡਰੋ ਇਲੈਕਟ੍ਰਿਕ ਪਲਾਂਟ। ਦੈਨ ਮਾਧੋਪੁਰ ਹੈੱਡ ਵਰਕਸ,
ਤੇ ਦੈਨ ਮੋਸਟ ਇੰਪੋਰਟੈਂਟ ਹੈ ਰਣਜੀਤ ਸਾਗਰ ਡੈਮ, ਜਿਹਨੂੰ ਥੀਨ ਡੈਮ ਵੀ ਕਿਹਾ ਜਾਂਦਾ, ਉਹ ਵੀ ਰਾਵੀ ਨਦੀ ਦੇ ਉੱਤੇ ਹੈ, ਰਣਜੀਤ ਸਾਗਰ ਡੈਮ ਜਾਂ ਫਿਰ ਥੀਨ ਡੈਮ। ਅਤੇ ਇਸਦਾ ਬੇਸਿਨ ਏਰੀਆ ਦੀ ਗੱਲ ਕਰੀਏ ਤਾਂ ਕਿੱਥੋਂ ਕਿੱਥੋਂ ਪਾਣੀ ਐਡ ਹੁੰਦਾ ਰਾਵੀ ਰਿਵਰ ਦੇ ਵਿੱਚ, ਤਾਂ ਇਹ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਜੰਮੂ ਐਂਡ ਕਸ਼ਮੀਰ, ਤਾਂ ਇਹ ਤਿੰਨ ਹੀ ਸਟੇਟਾਂ ਦੇ ਇਹਦੇ ਵਿੱਚ ਪਾਣੀ ਐਡਅਪ ਹੁੰਦਾ। ਦੈਨ ਇੰਪੋਰਟੈਂਟ ਟਾਊਨਸ ਕਿਹੜੇ ਕਿਹੜੇ ਨੇ ਇਸ ਨਦੀ 'ਤੇ, ਇੱਕ ਹੈ ਮਾਧੋਪੁਰ ਅਤੇ ਦੂਸਰਾ ਲਾਹੌਰ। ਲਾਹੌਰ ਚਾਹੇ ਪਾਕਿਸਤਾਨ ਦੇ ਵਿੱਚ ਹੈ, ਲੇਕਿਨ ਬਹੁਤ ਹੀ ਇੰਪੋਰਟੈਂਟ ਸ਼ਹਿਰ ਹੋਣ ਕਰਕੇ ਆਪਾਂ ਉਰੇ ਮੈਂਸ਼ਨ ਕਰ ਲਿਆ ਉਸਦਾ ਨਾਮ। ਦੈਨ ਮੇਜਰ ਟ੍ਰਿਬਿਊਟਰੀਜ਼ ਕੀ ਨੇ, ਕਿ ਕਿਹੜੀਆਂ ਕਿਹੜੀਆਂ ਮੇਜਰ ਛੋਟੀਆਂ ਛੋਟੀਆਂ ਨਦੀਆਂ ਨੇ ਜਿਹੜੀਆਂ ਇਸ ਦੇ ਵਿੱਚ ਆ ਕੇ ਮਿਲਦੀਆਂ ਨੇ, ਤਾਂ ਉਹਨੇ ਉੱਜ, ਸਿਊਲ, ਬੁੱਦਿਲ, ਨਾਈ, ਨਾਈ ਨੂੰ ਧੋਨਾ ਵੀ ਕਿਹਾ ਜਾਂਦਾ। ਤਾਂ ਟ੍ਰਿਬਿਊਟਰੀਜ਼ 'ਤੇ ਵੀ ਕੁਐਸਚਨ ਆ ਸਕਦਾ, ਤਾਂ ਇਸ ਨੂੰ ਵੀ ਯਾਦ ਰੱਖਣਾ ਹੈ। ਦੈਨ ਚੈਨਲਸ ਕਿਹੜੇ ਕਿਹੜੇ ਨੇ, ਕਿਸ ਦੇ ਵਿੱਚੋਂ ਜਿਹੜੇ ਚੈਨਲਸ ਬਣਾਏ ਗਏ ਨੇ ਇਰੀਗੇਸ਼ਨ ਵਾਸਤੇ, ਤਾਂ ਇੰਪੋਰਟੈਂਟ ਹੈ ਸ਼ਾਹਪੁਰ ਕੰਡੀ ਚੈਨਲ, ਤਾਂ ਉਹ ਰਾਵੀ ਦਰਿਆ 'ਤੇ ਬਣਿਆ ਹੋਇਆ, ਜਿੱਥੇ ਥੀਨ ਡੈਮ ਖਤਮ ਹੁੰਦਾ ਉੱਥੇ ਹੀ ਸ਼ਾਹਪੁਰ ਕੰਡੀ ਚੈਨਲਸ ਬਣੇ ਹੋਏ ਨੇ। ਦੈਨ ਆਪਾਂ ਡਿਸਟ੍ਰਿਕਟਸ ਦੀ ਗੱਲ ਕਰੀਏ ਤਾਂ ਇਹ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚੋਂ ਹੀ ਨਿਕਲਦੀ ਹੈ। ਜਦੋਂ ਆਪਾਂ ਪੰਜਾਬ ਦੀ ਗੱਲ ਕਰੀ ਸੀ ਤਾਂ ਪੰਜਾਬ ਦੇ ਬਿਲਕੁਲ ਲੈਫਟ ਏਰੀਆ ਦੇ ਵਿੱਚੋਂ ਨਿਕਲਦੀ ਹੈ ਇਹ, ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚੋਂ ਹੁੰਦੇ ਹੋਏ। ਉਸ ਤੋਂ ਬਾਅਦ ਗੱਲ ਕਰਦੇ ਹਾਂ ਇੱਕ ਹੋਰ ਛੋਟੀ ਜਿਹੀ ਨਦੀ ਹੈ ਪੰਜਾਬ ਦੇ ਵਿੱਚ, ਦੈਟ ਇਜ਼ ਘੱਗਰ। ਤਾਂ ਇਹ ਬਹੁਤ ਵੱਡਾ ਦਰਿਆ ਤਾਂ ਨਹੀਂ ਹੈ, ਬਟ ਇਹ ਸੀਜ਼ਨਲ ਦਰਿਆ ਹੈ, ਕਿ ਜਿਵੇਂ ਬਾਰਿਸ਼ਾਂ ਸਟਾਰਟ ਹੁੰਦੀਆਂ ਨੇ ਤਾਂ ਇਹ ਦਰਿਆ ਚੱਲਣਾ ਸ਼ੁਰੂ ਹੋ ਜਾਂਦਾ ਹੈ। ਇਹਦੇ ਸੋਰਸ ਦੀ ਗੱਲ ਕਰੀਏ ਤਾਂ ਇਹਦੇ ਸੋਰਸ ਹੈ ਹਿਮਾਚਲ ਦੀਆਂ ਪਹਾੜੀਆਂ, ਜਿਹੜੀਆਂ ਸਰਾਹਨ ਏਰੀਆ ਦੇ ਵਿੱਚ ਨੇ, ਸੋਲਨ ਦੇ ਵਿੱਚ ਨੇ ਸਰਾਹਨ ਏਰੀਆ, ਉੱਥੋਂ ਦੀ ਇਹ ਸ਼ੁਰੂ ਹੁੰਦੀ ਹੈ। ਅਤੇ ਇਹਦਾ ਹੋਰ ਕੀ ਨਾਮ ਹੈ, ਇਹਨੂੰ ਹਾਕੜਾ ਵੀ ਕਿਹਾ ਜਾਂਦਾ ਹੈ, ਘੱਗਰ ਨਦੀ ਨੂੰ ਹਾਕੜਾ ਵੀ ਕਿਹਾ ਜਾਂਦਾ ਹੈ। ਅਤੇ ਇਹਦੀ ਇੰਪੋਰਟੈਂਟ ਇਨਫੋਰਮੇਸ਼ਨ ਦੀ ਗੱਲ ਕਰੀਏ, ਇਟ ਇਜ਼ ਅ ਸੀਜ਼ਨਲ ਰਿਵਰ, ਕਿ ਮੌਸਮ ਦੇ ਮੁਤਾਬਿਕ ਹੈ, ਜਦੋਂ ਬਾਰਿਸ਼ਾਂ ਹੁੰਦੀਆਂ ਨੇ ਤਾਂ ਇਹ ਨਦੀ ਚੱਲ ਪੈਂਦੀ ਹੈ, ਅਤੇ ਜਦੋਂ ਬਾਰਿਸ਼ਾਂ ਨਹੀਂ ਹੁੰਦੀਆਂ ਤਾਂ ਇਹ ਸੁੱਕ ਜਾਂਦੀ ਹੈ। ਇਹਦਾ ਮਤਲਬ ਇਹ ਬਹੁਤ ਹੀ ਛੋਟਾ ਦਰਿਆ ਹੈ। ਇਟ ਇਜ਼ ਆਲਸੋ ਕਾਲਡ ਦੀ ਡਿਫੰਕਟ ਸਰਸਵਤੀ, ਤਾਂ ਇਹਨੂੰ ਸਰਸਵਤੀ ਦੇ ਨਦੀ ਦੇ ਨਾਲ ਵੀ ਦੇਖਿਆ ਜਾਂਦਾ ਹੈ। ਜਦੋਂ ਆਪਾਂ ਰਿਗਵੇਦਾ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ 7 ਨਦੀਆਂ ਦਾ ਵਰਣਨ ਹੈ ਪੰਜਾਬ ਦੇ ਵਿੱਚ, ਉਹਨਾਂ ਵਿੱਚ ਇੱਕ ਨਦੀ ਸਰਸਵਤੀ ਵੀ ਹੈ। ਤਾਂ ਇਹ ਸਰਸਵਤੀ ਨਦੀ ਨੂੰ ਕਿਹਾ ਜਾਂਦਾ ਕਿ ਇਹ ਅੱਜ ਦੇ ਟਾਈਮ ਦੀ ਘੱਗਰ ਹੈ। ਪਹਿਲਾਂ ਬਹੁਤ ਵੱਡੀ ਨਦੀ ਹੁੰਦੀ ਸੀ ਸਰਸਵਤੀ, ਜਿਹਦੇ ਵਿੱਚ ਯਮੁਨਾ ਆ ਕੇ ਮਿਲਦੀ ਸੀ, ਤਾਂ ਕਰਕੇ ਬਹੁਤ ਵੱਡੀ ਨਦੀ ਬਣ ਕੇ ਸਰਸਵਤੀ ਦੇ ਨਾਮ ਨਾਲ ਜਾਣੀ ਜਾਂਦੀ ਸੀ। ਪਰ ਫਿਰ ਯਮੁਨਾ ਨਦੀ ਦਾ ਡਾਇਰੈਕਸ਼ਨ ਚੇਂਜ ਹੋ ਗਈ ਅਤੇ ਉਹ ਜਾ ਕੇ ਗੰਗਾ 'ਚ ਮਿਲਣੀ ਸ਼ੁਰੂ ਹੋ ਗਈ, ਅਤੇ ਘੱਗਰ ਇੱਕ ਬਹੁਤ ਛੋਟੀ ਨਦੀ ਬਣ ਕੇ ਰਹਿ ਗਈ, ਛੋਟਾ ਦਰਿਆ ਬਣ ਕੇ ਰਹਿ ਗਈ, ਅਤੇ ਇਹਨੂੰ ਐਜ਼ ਅ ਸਰਸਵਤੀ ਨਦੀ ਦੀ ਤਰ੍ਹਾਂ ਵੀ ਦੇਖਿਆ ਜਾਂਦਾ ਹੈ। ਇਹਦਾ ਬੇਸਿਨ ਏਰੀਆ ਦੀ ਗੱਲ ਕਰੀਏ ਤਾਂ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਸ਼ੁਰੂ ਹੁੰਦੀ ਹੈ, ਅਤੇ ਉਸ ਤੋਂ ਇਲਾਵਾ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚੋਂ ਨਿਕਲਦੀ ਹੈ, ਅਤੇ ਇਹਨਾਂ ਦਾ ਪਾਣੀ ਵੀ ਐਡਅਪ ਹੁੰਦਾ ਘੱਗਰ ਨਦੀ ਦੇ ਵਿੱਚ। ਦੈਨ ਡਿਸਟ੍ਰਿਕਟਸ ਪੰਜਾਬ ਦੇ ਕਿਹੜੇ ਕਿਹੜੇ ਲੱਗਦੇ ਨੇ ਘੱਗਰ ਨਦੀ 'ਤੇ, ਤਾਂ ਉਹਨੇ ਰੂਪਨਗਰ ਜਾਂ ਰੋਪੜ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ। ਅਤੇ 5 ਡਿਸਟ੍ਰਿਕਟਸ ਨੇ ਜਿਹੜੇ ਘੱਗਰ ਨਦੀ 'ਤੇ ਲੱਗਦੇ ਨੇ, ਰੂਪਨਗਰ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ। ਅਤੇ ਕਿਹੜੇ ਕਿਹੜੇ ਇੰਪੋਰਟੈਂਟ ਟਾਊਨਸ ਲੱਗਦੇ ਨੇ ਘੱਗਰ ਨਦੀ 'ਤੇ, ਤਾਂ ਚੰਡੀਗੜ੍ਹ ਇੰਪੋਰਟੈਂਟ ਟਾਊਨ ਹੈ ਜਿਹੜਾ ਘੱਗਰ ਨਦੀ ਦੇ ਕੋਲ ਲੱਗਦਾ। ਦੈਨ ਪਿੰਜੌਰ ਅਤੇ ਮੋਰਨੀ ਹਿਲਸ ਵੀ ਘੱਗਰ ਨਦੀ ਦੇ ਕੋਲ ਹੀ ਨੇ। ਦੈਨ ਇੱਥੇ ਪੰਜਾਬ ਦੀਆਂ ਨਦੀਆਂ ਤਾਂ ਕਵਰ ਅਪ ਹੋ ਗਈਆਂ। ਹੁਣ ਆਪਾਂ ਗੱਲ ਕਰਦੇ ਹਾਂ ਇੰਪੋਰਟੈਂਟ ਡੈਮਸ ਦੀ, ਜਿਹੜੇ ਇੰਦਸ ਰਿਵਰ ਦੇ ਉੱਤੇ ਨੇ। ਤਾਂ ਇੰਦਸ ਰਿਵਰ ਦੇ ਉੱਤੇ, ਸਿੰਧੂ ਨਦੀ ਦੇ ਉੱਤੇ ਜਿਹੜੇ ਇੰਪੋਰਟੈਂਟ ਡੈਮ ਨੇ ਇੰਡੀਆ ਦੇ ਵਿੱਚ, ਉਹਨਾਂ ਉੱਤੇ ਵੀ ਕੁਐਸਚਨ ਪੁੱਛ ਲਿਆ ਜਾਂਦਾ ਹੈ। ਅਤੇ ਇਹਨਾਂ ਡੈਮਸ ਨੂੰ ਡਿਸਕਸ ਕਰਦੇ ਹਾਂ। ਜੇ ਚਨਾਬ ਦੀ ਗੱਲ ਕਰੀਏ, ਉਹ ਭਾਰਤ ਅਤੇ ਪੰਜਾਬ ਵਿੱਚੋਂ ਨਹੀਂ ਨਿਕਲਦੀ, ਪਰ ਜੰਮੂ ਕਸ਼ਮੀਰ ਦੇ ਵਿੱਚੋਂ ਨਿਕਲਦੀ ਹੈ। ਇਸ ਕਰਕੇ ਉੱਥੇ ਬਹੁਤ ਸਾਰੇ ਡੈਮਸ ਬਣੇ ਹੋਏ ਨੇ ਜਿਨ੍ਹਾਂ ਉੱਤੇ ਕੁਐਸਚਨ ਪੁੱਛ ਲਿਆ ਜਾਂਦਾ ਹੈ। ਤਾਂ ਚਨਾਬ ਦੇ ਉੱਤੇ ਕਾਫੀ ਡੈਮਸ ਬਣਾਏ ਹੋਏ ਨੇ ਇੰਡੀਆ ਨੇ। ਤਾਂ ਕਿਹੜੇ ਕਿਹੜੇ ਇੰਪੋਰਟੈਂਟ ਨੇ, ਬਗਲੀਹਾਰ ਡੈਮ, ਦੁਲਹਸਤੀ ਡੈਮ, ਪਕਲਦੁਲ ਡੈਮ, ਰੈਟਲ ਹਾਈਡਰੋ ਇਲੈਕਟ੍ਰਿਕ ਪਲਾਂਟ, ਸਲਲ ਡੈਮ ਅਤੇ ਸੇਲੀ ਹਾਈਡਰੋ ਇਲੈਕਟ੍ਰਿਕ ਪਲਾਂਟ। ਇਹਨਾਂ ਨੂੰ ਯਾਦ ਕਰਨਾ ਤੁਸੀਂ, ਬਗਲੀਹਾਰ, ਦੁਲਹਸਤੀ, ਪਕਲਦੁਲ, ਰੇਟਲ ਹਾਈਡਰੋ ਇਲੈਕਟ੍ਰਿਕ, ਸਲਲ ਡੈਮ ਅਤੇ ਸੇਲੀ ਹਾਈਡਰੋ ਇਲੈਕਟ੍ਰਿਕ ਪਲਾਂਟ। ਦੈਨ ਇੱਕ ਸੁਰੂ ਰਿਵਰ ਵੀ ਹੈ, ਇਹ ਵੀ ਸਿੰਧੂ ਨਦੀ ਦੇ ਵਿੱਚ ਹੀ ਮਿਲਦੀ ਹੈ, ਇੰਦਸ ਰਿਵਰ ਦੇ ਵਿੱਚ ਹੀ ਮਿਲਦੀ ਹੈ, ਅਤੇ ਇਸ ਉੱਤੇ ਬਣਿਆ ਹੋਇਆ ਚੁਟਕ ਹਾਈਡਰੋ ਇਲੈਕਟ੍ਰਿਕ ਪਲਾਂਟ। ਇਹ ਇੰਡੀਆ ਦੇ ਵਿੱਚ ਦੇ ਡੈਮਸ ਦੀ ਹੀ ਆਪਾਂ ਗੱਲ ਕਰ ਰਹੇ ਹਾਂ। ਦੈਨ ਜੇਲਮ ਵੀ ਕੁਛ ਟਾਈਮ ਲਈ ਜੰਮੂ ਕਸ਼ਮੀਰ ਦੇ ਵਿੱਚੋਂ ਨਿਕਲਦੀ ਹੈ, ਅਤੇ ਉਹਦੇ ਉੱਤੇ ਉਰੀ ਡੈਮ ਬਣਿਆ ਹੋਇਆ। ਦੈਨ ਨੀਲਮ ਨਦੀ ਹੈ ਜਿਹੜੀ ਕਿਸ਼ਨ ਗੰਗਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਤਾਂ ਉਸ ਦੇ ਉੱਤੇ ਬਣਿਆ ਹੋਇਆ ਕਿਸ਼ਨ ਗੰਗਾ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ। ਤਾਂ ਇੰਦਸ ਨਦੀ ਦੇ ਉਹ ਡੈਮਾਂ ਦੀ ਆਪਾਂ ਗੱਲ ਕਰੀਏ ਜਿਹੜੇ ਭਾਰਤ ਵਿੱਚ ਨੇ, ਪਰ ਉਹ ਪੰਜਾਬ ਦੇ ਵਿੱਚ ਨਹੀਂ ਨਿਕਲਦੀਆਂ ਇਹ ਨਦੀਆਂ, ਪਰ ਫਿਰ ਵੀ ਇੰਪੋਰਟੈਂਟ ਹੈ ਕਿਉਂਕਿ ਇਹ
ਕਿਸੇ ਟਾਈਮ ਪੰਜਾਬ ਦਾ ਪਾਰਟ ਹੁੰਦੀਆਂ ਸੀ ਸਾਰੀਆਂ ਨਦੀਆਂ, ਤਾਂ ਕਰਕੇ ਇਹਨਾਂ ਉੱਤੇ ਕੁਐਸਚਨ ਪੁੱਛ ਲਿਆ ਜਾਂਦਾ ਹੈ। ਤਾਂ ਹੁਣ ਗੱਲ ਕਰਦੇ ਹਾਂ ਕੁਝ ਕੁਐਸਚਨਸ ਦੀ ਜਿਹੜੇ ਆਏ ਹੋਏ ਨੇ। ਲਾਈਕ PCS 2015 ਦੇ ਵਿੱਚ ਇੱਕ ਕੁਐਸਚਨ ਆਇਆ ਹੋਇਆ ਕਿ ਇਹਨਾਂ ਵਿੱਚੋਂ ਕਿਹੜਾ ਡੈਮ ਹੈ ਜਿਹੜਾ ਬਿਆਸ ਨਦੀ ਦੇ ਉੱਤੇ ਬਣਾਇਆ ਹੋਇਆ ਹੈ। ਵਿਚ ਡੈਮ ਇਜ਼ ਬਿਲਟ ਔਨ ਬਿਆਸ ਰਿਵਰ। ਤਾਂ ਉਹਦੇ 4 ਦਿੱਤੇ ਹੋਏ ਨੇ, ਤਾਂ ਮੈਨੂੰ ਲੱਗਦਾ ਤੁਸੀਂ ਈਜ਼ੀਲੀ ਦੱਸ ਸਕਦੇ ਹੋ ਕਿ ਕਿਹੜਾ ਡੈਮ ਬਿਆਸ ਡੈਮ ਦੇ ਨਾਲ ਜਾਣਿਆ ਜਾਂਦਾ ਅਤੇ ਇਹਨਾਂ ਦੇ ਆਪਸ਼ਨਾਂ ਦੇ ਵਿੱਚ ਹੈ। ਤਾਂ ਜੇ ਤੁਹਾਨੂੰ ਇਹ ਨਾ ਯਾਦ ਰਹੇ ਤਾਂ ਵੀਡੀਓ ਦੁਬਾਰਾ ਦੇਖ ਲੈਣਾ ਜਾਂ ਫਿਰ PDF ਨੂੰ ਪੜ੍ਹ ਲੈਣਾ, ਜਿਹੜੀ ਟੈਲੀਗ੍ਰਾਮ ਚੈਨਲ 'ਤੇ ਅਵੇਲੇਬਲ ਹੈ। ਦੈਨ ਇੱਕ ਹੋਰ ਕੁਐਸਚਨ ਹੈ, ਰੀਡ ਦੀ ਫੋਲੋਇੰਗ ਸਟੇਟਮੈਂਟਸ। ਤਾਂ ਇਹ ਸਟੇਟਮੈਂਟਸ ਦੇ ਵਿੱਚੋਂ ਦੱਸਣਾ ਕਿ ਕਿਹੜੀਆਂ ਸਟੇਟਮੈਂਟਸ ਸਹੀ ਨੇ ਅਤੇ ਕਿਹੜੀਆਂ ਗਲਤ ਨੇ। ਇਹ 2018 ਦੇ ਪੰਜਾਬ PCS ਵਿੱਚ ਪੁੱਛਿਆ ਗਿਆ ਅਤੇ ਇਹਦੇ ਵਿੱਚ ਸਟੇਟਮੈਂਟਸ ਕੀ ਨੇ। ਬਗਲੀਹਾਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਹੈਜ਼ ਬੀਨ ਡਿਵੈਲਪਡ ਔਨ ਰਿਵਰ ਚਨਾਬ। ਇਹ ਬਿਲਕੁਲ ਸਹੀ ਹੈ, ਆਪਾਂ ਹੁਣੀ ਡਿਸਕਸ ਕਰਿਆ ਸੀ। ਦੈਨ ਦੁਲਹਸਤੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਹੈਜ਼ ਬੀਨ ਡਿਵੈਲਪਡ ਔਨ ਰਿਵਰ ਜੇਹਲਮ। ਤਾਂ ਇਹ ਸਟੇਟਮੈਂਟ ਗਲਤ ਹੈ। ਤੁਹਾਨੂੰ ਯਾਦ ਹੋਵੇਗਾ ਆਪਾਂ ਹੁਣੀ ਡਿਸਕਸ ਕਰਿਆ ਸੀ ਕਿ ਦੁਲਹਸਤੀ ਜਿਹੜਾ ਡੈਮ ਹੈ ਉਹ ਵੀ ਚਨਾਬ ਦੇ ਉੱਤੇ ਹੀ ਬਣਿਆ ਹੋਇਆ। ਦੈਨ ਸਲਲ ਹਾਈਡਰੋ ਪਾਵਰ ਪ੍ਰੋਜੈਕਟ ਹੈਜ਼ ਬੀਨ ਡਿਵੈਲਪਡ ਔਨ ਰਿਵਰ ਰਾਵੀ। ਤਾਂ ਇਹ ਸਟੇਟਮੈਂਟ ਵੀ ਗਲਤ ਹੈ, ਕਿਉਂਕਿ ਜਿਹੜਾ ਸਲਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਹੈ ਉਹ ਵੀ ਚਨਾਬ ਦੇ ਉੱਤੇ ਹੀ ਬਣਿਆ ਹੋਇਆ। ਤਾਂ ਦੂਜੀ ਅਤੇ ਤੀਜੀ ਸਟੇਟਮੈਂਟ ਗਲਤ ਹੈ ਇਸ ਦੇ ਵਿੱਚ, ਅਤੇ ਪਹਿਲਾ ਸਹੀ ਹੈ। ਤਾਂ ਆਨਸਰ ਆਊਗਾ A, 1 ਓਨਲੀ। ਅਤੇ ਜਿਹੜੀ ਪਿਛਲਾ ਕੁਐਸਚਨ ਦਿੱਤਾ ਸੀ ਉਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ। ਧੰਨਵਾਦ ਦੋਸਤੋ।